biggest South Asian media group, Y Media. वाई मीडिया ग्रुप ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਪੈਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਲਈ ਹੁਣ ਇੱਕ ਖਾਸ ਰਿਪੋਰਟ ਅਸੀਂ ਪੇਸ਼ ਕਰ ਰਹੇ ਹਾਂ ਰਾਮ ਮੰਦਿਰ ਦੇ ਉੱਤੇ। ਅਸੀਂ ਗੱਲ ਕਰ ਰਹੇ ਹਾਂ ਦ ਹਿਸਟਰੀ ਆਫ ਰਾਮ ਮੰਦਿਰ ਇਨ ਅਯੋਧਿਆ। ਇਹ ਜਿਹੜਾ ਅਯੋਧਿਆ ਸ਼ਹਿਰ ਹੈ ਇਹਦਾ ਕੀ ਇਤਿਹਾਸ ਹੈ। ਰਾਮ ਮੰਦਿਰ ਦੇ ਬਾਰੇ ਜਦ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਨੇ ਕਿ ਜੀ ਜਿਹੜਾ ਰਾਮ ਮੰਦਿਰ ਹੈ ਇਹਦੀ ਕੀ ਹਿਸਟਰੀ ਹੈ, ਇੱਥੇ ਕੀ ਹੈ, ਇੰਨੀ ਇਹਦੀ ਚਰਚਾ ਕਿਉਂ ਹੋ ਰਹੀ ਹੈ। ਮੀਡੀਆ ਦੇ ਵਿੱਚ ਹੁੰਦਿਆਂ ਕਈ ਵਾਰੀ ਅਸੀਂ ਅਸਿਊਮ ਕਰ ਲੈਂਦੇ ਹਾਂ ਕਿ ਜੀ ਸ਼ਾਇਦ ਸਭ ਨੂੰ ਪਤਾ ਇਹਦੇ ਬਾਰੇ ਔਰ ਫਿਰ ਅਸੀਂ ਸਿੱਧਾ ਕਰੰਟ ਨਿਊਜ਼ ਦੇ ਦਿੰਦੇ ਹਾਂ। ਬਟ ਅਸੀਂ ਵਾਈ ਮੀਡੀਆ ਤੇ ਮੈਂ ਇੱਕ ਬਰੀਫ ਜੀ ਰਿਪੋਰਟ ਦੇ ਰਿਹਾ ਜਸਟ ਫॉर द ਬੈਨੀਫਿਟ ਆਫ ਆਰ ਵਿਊਅਰਸ, ਸਪੈਸ਼ਲੀ ਉਹ ਆਡੀਅנס ਜੋ ਰਾਮ ਮੰਦਿਰ ਦੀ ਹਿਸਟਰੀ ਬਾਰੇ ਨਹੀਂ ਜਾਣਦੀ ਹੈ ਔਰ ਇਹ ਬਾਬਰੀ ਮਸਜਿਦ ਕਿੱਥੇ ਸੀ, ਕਿਉਂ ਸੀਗੀ, ਰਾਮ ਮੰਦਿਰ ਕਿਹੜੀ ਜਗ੍ਹਾ ਸੀ, ਕਿਉਂ ਸੀਗਾ ਅਯੋਧਿਆ ਦੇ ਵਿੱਚ, ਇਹ ਸਾਰੀ ਜਿਹੜੀ ਗੱਲਬਾਤ ਹੋ ਰਹੀ ਹੈ, ਚਰਚਾ ਹੋ ਰਹੀ ਹੈ। ਸੋ ਲੀਵਿੰਗ ਦ ਪੋਲੀਟੀਕਲ ਕਨੋਟੇਸ਼ਨ ਅਸਾਈਡ ਫॉर ਫਿਊ ਮਿੰਟਸ ਮੈਂ ਕੁਛ ਹੀ ਮਿੰਟਾਂ ਦੇ ਵਿੱਚ ਤੁਹਾਨੂੰ ਇਹਦੀ ਹਿਸਟਰੀ ਦੱਸ ਦਿੰਦਾ ਵੀ ਅੱਜ ਇਹ ਮਾਮਲਾ ਇੱਥੇ ਤੱਕ ਪਹੁੰਚਿਆ ਕਿੱਦਾਂ ਔਰ ਸਦੀਆਂ ਤੋਂ ਸੈਂਚੁਰੀਜ਼ ਪੁਰਾਣਾ ਜਿਹੜਾ ਮਾਮਲਾ ਹੈ ਇੱਥੇ ਕਿੱਦਾਂ ਪਹੁੰਚਿਆ, ਇਹ ਕੀ ਹੈ, ਇਹਦੀ ਕੁਝ ਬੈਕਗਰਾਉਂਡ ਮੈਂ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕਰ ਰਿਹਾ। ਹਿਸਟਰੀ ਆਫ ਰਾਮ ਮੰਦਿਰ ਇਨ ਅਯੋਧਿਆ ਔਰ ਬਾਬਰੀ ਮਸਜਿਦ ਦੀ ਕੀ ਪੋਜੀਸ਼ਨ ਸੀਗੀ, ਕੀ ਉਹ ਸਾਰਾ ਮਾਮਲਾ ਸੀਗਾ। ਪਹਿਲਾਂ ਤਾਂ ਅਸੀਂ ਜ਼ਿਕਰ ਕਰ ਦਈਏ ਕਿ ਅਯੋਧਿਆ ਬਹੁਤ ਪੁਰਾਣਾ ਸ਼ਹਿਰ ਹੈ। ਇਟਸ ਅ ਹਿਸਟੋਰਿਕ ਸਿਟੀ ਐਜ਼ ਫਾਰ ਐਜ਼ ਅਯੋਧਿਆ ਇਜ਼ ਕੰਸਰਨਡ। ਅਸੀਂ ਸਾਰੇ ਜਾਣਦੇ ਹਾਂ ਕਿ ਚਾਹੇ ਵਾਰਾਣਸੀ ਦੀ ਗੱਲ ਕਰ ਲਈਏ, ਕਾਸ਼ੀ ਦੀ ਗੱਲ ਕਰ ਲਈਏ, ਅਯੋਧਿਆ ਦੀ ਗੱਲ ਕਰ ਲਈਏ, ਬੜੇ ਇੰਪੋਰਟੈਂਟ ਸਿਟੀਜ਼ ਮੰਨੇ ਜਾਂਦੇ ਨੇ ਇਨ ਐਂਸ਼ੀਐਂਟ ਇੰਡੀਅਨ ਹਿਸਟਰੀ। ਸੋ ਬਹੁਤ ਪੁਰਾਣੀ ਹਿਸਟਰੀ ਦੇ ਵਿੱਚ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਬਰੀਫ 'ਚ ਤੁਹਾਨੂੰ ਇੰਨਾ ਦੱਸ ਦਿੰਦਾ ਹੈਗਾ ਕਿ ਚਾਹੇ ਅਸੀਂ ਮੌਰੀਆ ਅੰਪਾਇਰ ਦੀ ਗੱਲ ਕਰ ਲਈਏ, ਚਾਹੇ ਅਸੀਂ ਜਦੋਂ ਬੁੱਧਾ ਜੀ ਆਏ ਨੇ ਬੁੱਧਿਜ਼ਮ ਦੀ ਗੱਲ ਕਰ ਲਈਏ, ਚਾਹੇ ਅਸੀਂ ਜੈਨ ਧਰਮ ਦੇ ਪਰਸਪੈਕਟਿਵ ਤੋਂ ਗੱਲ ਕਰ ਲਈਏ, ਅਯੋਧਿਆ ਹੈਜ਼ ਬੀਨ ਅ ਵੈਰੀ ਇੰਪੋਰਟੈਂਟ ਸਿਟੀ। ਔਰ ਇਹ ਨਾ ਸਿਰਫ ਧਰਮ ਦੇ ਲਿਹਾਜ਼ ਦੇ ਨਾਲ ਬਲਕਿ ਟ੍ਰੇਡ ਦੇ ਲਿਹਾਜ਼ ਦੇ ਨਾਲ ਵੀ ਇਹ ਬਹੁਤ ਇੰਪੋਰਟੈਂਟ ਸਿਟੀ ਰਿਹਾ ਹੈਗਾ। ਔਰ ਇਸ ਤੋਂ ਇਲਾਵਾ ਕਈ ਜਿਹੜੇ ਇੱਥੇ ਰਾਜੇ ਹੋਏ ਨੇ, ਕਈ ਜਿਹੜੇ ਕਿੰਗਡਮਸ ਹੋਏ ਨੇ, ਉਹਨਾਂ ਵਾਸਤੇ ਇੰਪੋਰਟੈਂਟ ਸਿਟੀ ਦੇ ਨਾਲ ਈਵਨ ਕੈਪੀਟਲ ਸਿਟੀ ਦੇ ਤੌਰ ਦੇ ਉੱਤੇ ਵੀ ਅਯੋਧਿਆ ਰਿਹਾ ਹੈ। ਹੁਣ ਇੱਥੇ ਅਸੀਂ ਗੱਲ ਕਰਦੇ ਹਾਂ ਬਿਕੋਜ਼ ਇੱਕ ਇੰਪੋਰਟੈਂਟ ਸ਼ਹਿਰ ਹੈ। ਸੋ ਜ਼ਾਹਿਰ ਸੀ ਗੱਲ ਹੈ ਕਿ ਜਦੋਂ ਇੱਕ ਇੰਪੋਰਟੈਂਟ ਸ਼ਹਿਰ ਸੀਗਾ ਤੇ ਇੱਥੇ ਇੱਕ ਬਹੁਤ ਸਾਰੇ ਲੋਕਾਂ ਦੀ ਇਹ ਆਸਥਾ ਹੈ, ਇਹ ਬਿਲੀਵ ਹੈ ਕਿ ਅਯੋਧਿਆ ਵਾਜ਼ ਅ ਪਲੇਸ ਵੇਅਰ ਲਾਰਡ ਸ਼੍ਰੀ ਰਾਮ ਵਾਜ਼ ਬੋਰਨ, ਜਿੱਥੇ ਕਿ ਭਗਵਾਨ ਸ਼੍ਰੀ ਰਾਮ ਦਾ ਜਿਹੜਾ ਜਨਮ ਸਥਾਨ ਹੈ ਉਹ ਵੀ ਅਯੋਧਿਆ ਹੈ। ਹੁਣ ਉਸ ਬਿਲੀਵ ਨੂੰ ਲੈ ਕੇ, ਉਸ ਮਾਨਤਾ ਨੂੰ ਲੈ ਕੇ ਇੱਥੇ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਿਰ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈ, ਬਣਿਆ ਹੋਇਆ ਸੀ ਇੱਥੇ ਮੰਦਿਰ। ਕਈ ਵਾਰ ਉਸ 'ਤੇ ਅਟੈਕਸ ਵੀ ਹੋਏ, ਉਹਨੂੰ ਡੈਮੇਜ ਕਰਨ ਦੀ ਵੀ ਕੋਸ਼ਿਸ਼ਾਂ ਹੋਈਆਂ, ਬਹੁਤ ਕੁਝ ਚੱਲਦਾ ਰਿਹਾ। ਬਟ ਜੇ ਅੱਜ ਤੋਂ ਅਸੀਂ 1000-1500 ਸਾਲ ਪਹਿਲਾਂ ਦੇਖੀਏ ਤੇ ਇੱਥੇ ਮੰਦਿਰ ਸੀਗਾ। ਔਰ ਮੈਂ ਜੋ ਗੱਲ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ ਸੀ 2000, 2500, 3000 ਸਾਲ ਪਹਿਲਾਂ ਵੀ ਤੁਸੀਂ ਚਲੇ ਜਾਓ ਤੇ ਉਹਦੇ ਕੁਛ ਨਾ ਕੁਛ ਐਵੀਡੈਂਸਿਸ ਮਿਲਦੇ ਨੇ ਕਿ ਅਯੋਧਿਆ ਹੈਜ਼ ਬੀਨ ਅ ਵੈਰੀ ਇੰਪੋਰਟੈਂਟ ਸਿਟੀ, ਬਹੁਤ ਇੰਪੋਰਟੈਂਟ ਸ਼ਹਿਰ ਰਿਹਾ। ਸੋ ਇਹ ਤੇ ਗੱਲ ਹੋ ਗਈ ਅਯੋਧਿਆ ਦੀ ਔਰ ਰਾਮ ਮੰਦਿਰ ਦੀ। ਹੁਣ ਮਾਮਲਾ ਫਿਰ ਬਾਬਰੀ ਮਸਜਿਦ ਕਿਸ ਤਰ੍ਹਾਂ ਆ ਗਈ, ਇਹ ਡਿਸਪਿਊਟ ਕਿੱਥੇ ਖੜਾ ਹੋ ਗਿਆ, ਉਹਦੇ ਦੇ ਉੱਤੇ ਵੀ ਆ ਜਾਂਦੇ ਆ। ਸੋ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੀ ਆ ਕਿ ਰਾਮ ਮੰਦਿਰ ਦਾ ਸੀਗਾ ਉੱਥੇ ਏਂਸ਼ੀਅੰਟ ਸਿਟੀ ਅਯੋਧਿਆ ਦਾ ਸ਼ਹਿਰ ਸੀਗਾ ਹੀ ਸੀਗਾ, ਰਾਮ ਮੰਦਿਰ ਵੀ ਸੀਗਾ, ਸਾਰਾ ਕੁਝ ਚੱਲ ਰਿਹਾ ਸੀ ਸਿਲਸਿਲਾ। ਲੇਕਿਨ ਜਦੋਂ ਇੱਥੇ ਫਿਰ ਮੁਗਲ ਸਾਮਰਾਜ ਆਇਆ, ਜੇ ਅਸੀਂ ਗੱਲ ਕਰੀਏ 16th ਸੈਂਚੁਰੀ ਦੇ ਵਿੱਚ ਇਹ ਰਾਮ ਮੰਦਿਰ ਜਿਹੜਾ ਹੈਗਾ ਇਹਦੇ ਉੱਤੇ ਅਟੈਕ ਕੀਤਾ ਗਿਆ ਔਰ ਇੱਥੇ ਇੱਕ ਮਸਜਿਦ ਬਣਾਉਣ ਦੀ ਜਿਹੜੀ ਗੱਲ ਹੈਗੀ, ਇੱਕ ਢਾਂਚਾ ਖੜੇ ਕਰਨ ਦੀ ਗੱਲ ਜਿਹੜੀ ਆ ਉਹ 1528 ਦੇ ਵਿੱਚ ਹੀ 16th ਸੈਂਚੁਰੀ ਦੇ ਵਿੱਚ ਹੀ ਇਹਦੇ ਹੁਕਮ ਜਿਹੜੇ ਨੇ ਉਹ ਬਾਬਰ ਦੁਆਰਾ, ਮੁਗਲ ਬਾਦਸ਼ਾਹ ਬਾਬਰ ਦੁਆਰਾ ਜਾਰੀ ਕਰ ਦਿੱਤੇ ਗਏ ਸੀ। ਸੋ ਇਹਦੇ ਵੀ ਕਿਤੇ ਨਾ ਕਿਤੇ ਐਵੀਡੈਂਸ ਮਿਲਦੇ ਨੇ। ਹੁਣ ਇਸ ਤੋਂ ਇੱਥੇ ਤਾਂ ਇਹ ਪਤਾ ਲੱਗ ਗਿਆ ਕਿ 16th ਸੈਂਚੁਰੀ ਤੋਂ ਪਹਿਲਾਂ ਯਾਨੀ ਕਿ 1528 ਤੋਂ ਪਹਿਲਾਂ ਇਹ ਰਾਮ ਮੰਦਿਰ ਸੀਗਾ। ਉਹਦੇ ਬਾਰੇ ਬੜੇ ਸਾਰੇ ਐਵੀਡੈਂਸਿਸ ਵੀ ਮਿਲਦੇ ਨੇ ਫਰੋਮ ਡਿਫਰੈਂਟ ਏਰੀਆ, ਸਾਨੂੰ ਇਹ ਮਿਲਦੇ ਨੇ। ਹੁਣ 1528 'ਚ ਇਹ ਹੋਇਆ, ਉਸ ਤੋਂ ਬਾਅਦ ਵੈਸੇ ਐਵੀਡੈਂਸਿਸ ਕਿਤੇ ਨਾ ਕਿਤੇ ਇਹ ਵੀ ਮਿਲਦੇ ਨੇ ਕਿ ਫਿਰ ਅਕਬਰ ਨੇ ਔਰ ਜਹਾਂਗੀਰ ਨੇ ਕਿਤੇ ਨਾ ਕਿਤੇ ਹਿੰਦੂ ਕम्युनिटी ने ਮੰਗ ਕੀਤੀ ਵੀ ਦੇਖੋ ਇਹ ਤੇ हमारे राम लल्ला का स्थान है, हमारे भगवान श्री राम का जन्म यहाँ हुआ है, राम मंदिर है। तो इत्थे बाबर साहब द्वारा मुगल बादशाह बाबर जिहड़े ने उन्होंने मस्जिद का ढांचा खड़ा करने की गल करती। तो फिर हिंदू कम्युनिटी को इत्थे प्रेयर्स करने की, क्योंकि उन्होंने आस्था है, बिलीव है। सो हिंदू कम्युनिटी को इत्थे प्रेयर्स करने की इजाजत जिहड़ी है अकबर द्वारा, जहांगीर द्वारा दे दी गई। हुण आए औरंगजेब जदों आए तो उन्होंने ऑलमोस्ट जिहड़ा राम मंदिर सीगा ਉਹਨਾਂ ਨੂੰ ਕਿਹਾ ਕਿ ਇਹਨੂੰ ਤੁਸੀਂ ਗਿਰਾਓ ਔਰ ਇੱਥੇ ਇੱਕ ਬਹੁਤ ਬੜੀ ਮਸਜਿਦ ਜਿਹੜੀ ਆ, ਕਿਉਂਕਿ ਉਹਨਾਂ ਦੇ ਪੁਰਖਾਂ ਨੇ ਬਾਦਸ਼ਾਹ ਬਾਬਰ ਨੇ ਜਿਹੜੀ ਹੈ ਜੀ ਇਹ ਖੜੀ ਕੀਤੀ ਸੀ। ਤਾਂ ਉਹਨਾਂ ਨੇ ਕਿਹਾ ਜੀ ਇੱਥੇ ਬਾਬਰੀ ਮਸਜਿਦ ਬਣਾਈ ਜਾਵੇ। ਇਹ ਔਰੰਗਜ਼ੇਬ ਉਹਨਾਂ ਨੇ ਹੁਕਮ ਦੇ ਦਿੱਤਾ।
ਉਸ ਤੋਂ ਬਾਅਦ ਬਾਬਰੀ ਮਸਜਿਦ ਬਣ ਗਈ, ਲੇਕਿਨ ਕਿਤੇ ਨਾ ਕਿਤੇ ਪ੍ਰੋਟੈਸਟ ਜਿਹੜੇ ਆ ਸਾਰੇ ਚੱਲਦੇ ਰਹੇ। ਫਿਰ ਤੁਹਾਨੂੰ ਪਤਾ ਹੈ ਮੁਗਲ ਸ਼ਾਸਨ ਖਤਮ ਹੋਇਆ, ਅੰਗਰੇਜ਼ਾਂ ਦਾ ਦੌਰ ਆ ਗਿਆ। ਉਸ ਵੇਲੇ ਫਿਰ ਹਿੰਦੂ ਕਮਿਊਨਿਟੀ ਨੇ ਦਾਅਵਾ ਪੇਸ਼ ਕਰ ਦਿੱਤਾ ਕਿ ਜੀ ਸਾਡਾ ਇੱਥੇ ਰਾਮ ਮੰਦਿਰ ਹੁੰਦਾ ਸੀ, ਹਿਸਟੋਰਿਕ ਰਾਮ ਮੰਦਿਰ ਹੈ ਸਾਡਾ ਇੱਥੇ ਅਯੋਧਿਆ ਦੇ ਵਿੱਚ, ਸੋ ਇਹਦੇ ਬਾਰੇ ਕੁਛ ਨਾ ਕੁਛ ਕੀਤਾ ਜਾਵੇ। ਜਿਹੜੀ ਮੁਸਲਿਮ ਕਮਿਊਨਿਟੀ ਆ ਉਹ ਕਹਿ ਰਹੀ ਸੀਗੀ ਜੀ ਹੁਣ ਤੇ ਸਾਡੇ ਇੱਥੇ ਮਸਜਿਦ ਬਣ ਗਈ ਹੈ, ਅਸੀਂ ਤੇ ਇੱਥੇ ਹੁਣ ਕੋਈ ਪ੍ਰੇਅਰਸ ਨਹੀਂ ਹੋਣ ਦੇਣੀਆਂ, ਕੋਈ ਇੱਥੇ ਮੂਰਤੀਆਂ ਨਹੀਂ ਹੋਣ, ਕਿਉਂਕਿ ਕਈ ਮੈਨੂੰ ਇਹ ਵੀ ਸਵਾਲ ਹੈ ਕਿ ਜਿਹੜੇ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਕੀ ਕੰਸੈਪਟ ਹੈ। ਸੋ ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਮੂਰਤੀਆਂ ਨਹੀਂ ਹੋਣ ਦੇਣੀਆਂ, ਸਾਡਾ ਆਪਣਾ ਤਰੀਕੇਕਾਰ ਹੈਗਾ। ਸੋ ਇਹ ਸਾਰਾ ਸਿਲਸਿਲਾ ਚੱਲ ਰਿਹਾ ਸੀ। 1853 ਦਾ ਗਦਰ ਤੇ ਸਭ ਨੂੰ ਯਾਦ ਹੈ, ਪਰ 1853 ਦੇ ਵਿੱਚ ਵੀ ਮੈਸਿਵ ਕਨਫਰੰਟ੍ਰੇਸ਼ਨ ਜਿਹੜੀ 1853 ਦੇ ਵਿੱਚ ਹੋਈ ਅੰਗਰੇਜ਼ਾਂ ਦੇ ਦੌਰ ਦੇ ਵਿੱਚ। ਹੁਣ ਜਦੋਂ ਅੰਗਰੇਜ਼ ਸਾਰਾ ਕੁਝ ਦੇਖ ਰਹੇ ਸੀਗੇ ਕਿ ਆਪਸ ਵਿੱਚ ਕਲੈਸ਼ਸ ਹੋ ਰਹੇ ਆ, ਕਮਿਊਨਲ ਵਾਇਲੈਂਸ ਹੋ ਰਹੀ ਹੈ, ਹਿੰਦੂ ਕਮਿਊਨਿਟੀ ਔਰ ਮੁਸਲਿਮ ਕਮਿਊਨਿਟੀ ਜਿਹੜੀ ਦੋਨੋਂ ਹੀ ਇਸ ਏਰੀਆ ਦੇ ਉੱਤੇ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਆ, ਤਾਂ ਉਹਨਾਂ ਨੇ ਕੀ ਕੀਤਾ ਕਿ ਇੱਕ ਪਾਸੇ ਜਿਹੜਾ ਮਸਜਿਦ ਦਾ ਜਿਹੜਾ ਢਾਂਚਾ ਸੀਗਾ ਉਹਨਾਂ ਨੇ ਕਿਹਾ ਕਿ ਠੀਕ ਹੈ ਮੁਸਲਿਮ ਕਮਿਊਨਿਟੀ ਜਿਹੜੀ ਆ ਬਾਬਰੀ ਮਸਜਿਦ ਦਾ ਏਰੀਆ ਤੁਹਾਡਾ ਹੋ ਗਿਆ, ਉਹਨਾਂ ਨੇ ਫੈਂਸ ਕਰ ਦਿੱਤੀ ਔਰ ਇੱਧਰ ਫੈਂਸ ਲਗਾ ਦਿੱਤਾ ਜਿੱਥੇ ਉਹ ਚਬੂਤਰਾ ਹੈਗਾ ਕਿ ਠੀਕ ਹੈ ਜੀ ਚਬੂਤਰੇ ਦੇ ਇਰਦ ਗਿਰਦ ਇਹ ਤੁਹਾਡਾ ਏਰੀਆ ਤੁਹਾਡਾ ਹੋ ਗਿਆ, ਤੁਸੀਂ ਇੱਥੇ ਇੱਥੇ ਫੈਂਸਿੰਗ ਕਰ ਦਿੰਦੇ ਆ, ਫੈਂਸ ਲਗਾਤੀ ਕਿ ਤੁਸੀਂ ਇੱਥੇ ਪ੍ਰੇਅਰ ਕਰਨੀ ਆਪਣੀ ਸ਼ੁਰੂ ਕਰ ਦਿਓ। ਤਾਂ ਉਹਨਾਂ ਨੇ ਕਿਹਾ ਵੀ ਚਲੋ ਇੱਕ ਟੈਂਪਰੇਰੀ ਜਿਹਾ ਹੱਲ ਕਰ ਦਿੰਦੇ ਆ, ਇੱਧਰ ਮਸਜਿਦ ਬਾਬਰੀ ਮਸਜਿਦ ਇਹ ਵੀ ਆਪਣਾ ਪ੍ਰੇਅਰ ਕਰੀ ਜਾਣ, ਇੱਥੇ ਜਿਹੜਾ ਚਬੂਤਰੇ ਵਾਲਾ ਏਰੀਆ ਇਹਨਾਂ ਨੂੰ ਦੇ ਦਿਓ, ਢਾਂਚਾ ਮਤਲਬ ਇਹਨਾਂ ਨੂੰ ਦੇ ਦਿੱਤਾ ਗਿਆ। ਟੈਂਪਰੇਰੀ ਹੱਲ ਸੀਗਾ। ਉਧਰ ਜਿਹੜੇ ਮਸਜਿਦ ਦੇ ਜਿਹੜੇ ਲੋਕ ਸੀਗੇ ਉਹ ਕਹਿੰਦੇ ਸਾਡਾ ਪੂਰਾ ਏਰੀਆ ਇਹਨਾਂ ਨੂੰ ਇਹ ਚਬੂਤਰੇ ਵਾਲਾ ਏਰੀਆ ਇਹਨਾਂ ਨੂੰ ਕਿੱਦਾਂ ਦੇ ਦਿੱਤਾ ਗਿਆ। ਜਿਹੜੇ ਉਧਰ ਪ੍ਰੇਅਰ ਕਰਨ ਆਉਂਦੇ ਸੀ ਹਿੰਦੂ ਕਮਿਊਨਿਟੀ ਦੇ ਲੋਕ ਕਹਿੰਦੇ ਜੀ ਸਦੀਆਂ ਤੋਂ ਤਾਂ ਸਾਡਾ ਹੀ ਹੈ, ਸਦੀਆਂ ਤੋਂ। ਹੁਣ ਉਹ ਜੋ ਜ਼ੁਲਮ ਬਾਬਰ ਨੇ ਕੀਤਾ, ਜੋ ਜ਼ੁਲਮ ਔਰੰਗਜ਼ੇਬ ਨੇ ਕੀਤਾ, ਉਹ ਹੁਣ ਸਾਨੂੰ ਸਾਡਾ ਹੱਕ ਜਿਹੜਾ ਵਾਪਸ ਮਿਲੇ। ਅੱਛਾ ਇਹ ਸਾਰਾ ਸਿਲਸਿਲਾ ਜੇ ਚੱਲ ਰਿਹਾ ਸੀਗਾ, ਮੈਂ ਜਰਾ ਫਟਾਫਟ ਲਾਈਨ ਕਿਉਂਕਿ ਬਹੁਤ ਲੰਬੀ ਹਿਸਟਰੀ ਆ, ਫਿਰ ਤਾਂ ਮੈਨੂੰ ਫਿਰ ਹਾਂਜੀ ਇੱਕ ਸੈਕਿੰਡ ਪਲੀਜ਼, ਜੇ ਅਸੀਂ ਸਾਰੀ ਗੱਲ ਕਰਾਂਗੇ ਫਿਰ ਤਾਂ ਮੈਨੂੰ 1.5 ਘੰਟਾ ਲੱਗ ਜਾਏਗਾ, ਪਰ ਮੈਂ ਕਹਿੰਦਾ ਬਰੀਫ ਦੇ ਵਿੱਚ ਅਸੀਂ ਦੱਸ ਦਿੰਦੇ ਫਟਾਫਟ। ਫਿਰ 1853 ਨੂੰ ਛੱਡ ਦਈਏ, 19 ਨੂੰ ਛੱਡ ਦਈਏ, ਸਿੱਧਾ ਆ ਜਾਂਦੇ ਆਪਾਂ 1949 ਦੇ ਵਿੱਚ। 1949 ਦੇ ਵਿੱਚ ਉੱਥੇ ਜਿਹੜੀਆਂ ਆਈਡਲਸ ਨੇ ਉਹ ਜਿਹੜੀ ਮੂਰਤੀਆਂ ਨੇ ਉਹ ਪਲੇਸ ਕਰ ਦਿੱਤੀਆਂ ਗਈਆਂ ਔਰ ਉਹਨਾਂ ਨੇ ਜਿਹੜੇ ਹਿੰਦੂ ਕਮਿਊਨਿਟੀ ਨੇ ਕਿਹਾ ਕਿ ਅਸੀਂ ਇੱਥੇ ਪ੍ਰੇਅਰਸ ਕਰਾਂਗੇ। ਮਾਮਲਾ ਇਸ ਕਦਰ ਵੱਧ ਗਿਆ ਕਿ ਜਿਹੜਾ ਉਹ ਜਿੱਥੇ ਉਹ ਮਸਜਿਦ ਦਾ ਜਿਹੜਾ ਢਾਂਚਾ ਹੈ ਉੱਥੇ ਮੂਰਤੀਆਂ ਲਿਆਂਦੀਆਂ ਗਈਆਂ, ਉੱਥੇ ਪ੍ਰੇਅਰ ਰਾਤੋਂ ਰਾਤ ਰੱਖੀਆਂ ਗਈਆਂ, ਪ੍ਰੇਅਰਸ ਕੀਤੀਆਂ ਗਈਆਂ। ਤੇ ਉਸ ਵੇਲੇ ਦੀ ਸਰਕਾਰ ਤੁਹਾਨੂੰ ਪਤਾ ਹੈ ਭਾਰਤ 1949 ਤੱਕ ਆਜ਼ਾਦ ਹੋ ਚੁੱਕਾ ਸੀਗਾ, 1947 ਚ ਭਾਰਤ ਆਜ਼ਾਦ ਹੋਇਆ, ਜਵਾਹਰ ਲਾਲ ਨਹਿਰੂ ਸਾਹਿਬ ਦੀ ਸਰਕਾਰ ਆਈ, ਉਹਨਾਂ ਨੇ ਇੱਥੇ ਉਹ ਜਿਹੜਾ ਢਾਂਚਾ ਸੀ ਉੱਥੇ ਤਾਲੇ ਲਗਾ ਦਿੱਤੇ ਕਿ ਡਿਸਪਿਊਟਡ ਸਾਈਟ ਹੈ। ਔਰ ਉੱਥੋਂ ਫਿਰ ਇਹ ਜਿਹੜਾ ਅਸੀਂ ਕਹਿੰਦੇ ਆ ਕਿ ਰਾਮ ਮੰਦਿਰ ਬਾਬਰੀ ਮਸਜਿਦ ਵਿਵਾਦ, ਡਿਸਪਿਊਟਡ ਸਾਈਟ, ਡਿਸਪਿਊਟ ਅਯੋਧਿਆ ਰਾਮ ਮੰਦਿਰ ਬਾਬਰੀ ਮਸਜਿਦ ਡਿਸਪਿਊਟ, ਉਹ ਫਿਰ ਡਿਸਪਿਊਟਡ ਸਾਈਟ ਨੂੰ ਡਿਕਲੇਅਰ ਕਰ ਦਿੱਤਾ ਗਿਆ ਕਿ ਜੀ ਇਹ ਤਾਂ ਡਿਸਪਿਊਟ ਹੈ ਜੀ, ਤੇ ਤਾਲੇ ਲਗਾ ਦਿੱਤੇ ਕਿ ਇੱਥੇ ਹੁਣ ਕੋਈ ਵੀ ਜਿਹੜੀਆਂ ਹੋਰ ਫਰਦਰ ਇੱਥੇ ਕੋਈ, ਕਿਉਂਕਿ ਹਿੰਦੂ ਕਮਿਊਨਿਟੀ ਵੀ ਕਹਿ ਰਹੀ ਸੀ ਅਸੀਂ ਜਾ ਕੇ ਪ੍ਰੇ ਕਰਨਾ ਹੈ, ਮੁਸਲਿਮ ਕਮਿਊਨਿਟੀ ਕਹਿੰਦੀ ਸਾਡਾ ਏਰੀਆ, ਉਹਨੇ ਕਿਹਾ ਜੀ ਤਾਲਾ ਹੀ ਲਾ ਦਿਓ ਇੱਥੇ। ਇਸ ਦਰਮਿਆਨ ਫਿਰ ਕੀ ਹੈ ਮਾਮਲਾ ਅਦਾਲਤ ਵਿੱਚ ਜਾਣਾ ਸ਼ੁਰੂ ਹੋ ਗਿਆ ਕਿ ਠੀਕ ਹੈ ਜੀ ਕੋਈ ਅਦਾਲਤ 'ਚ ਲੈ ਗਿਆ, ਕੇਸਿਸ ਹੋ ਰਹੇ, ਬੜਾ ਕੁਝ ਇਸ ਦਰਮਿਆਨ ਜਿਹੜਾ ਚੱਲਦਾ ਰਿਹਾ। ਇਹ 1950 60 ਚ 70 ਚ ਸਭ ਕੁਝ ਚੱਲਦਾ ਰਿਹਾ। ਉਸ ਦਰਮਿਆਨ ਅਸੀਂ ਸਾਰੇ ਜਾਣਦੇ ਹਾਂ ਕਿ 70s ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜੀ ਆ ਗਏ, ਉਹਨਾਂ ਨੇ ਆਪਣੇ ਤਰੀਕੇ ਨਾਲ ਰਾਜ ਕੀਤਾ, ਨਹਿਰੂ ਜੀ ਦਾ ਦੌਰ ਖਤਮ ਹੋਇਆ, ਸ਼ਾਸਤਰੀ ਸਾਹਿਬ ਤੇ ਜ਼ਿਆਦਾ ਸਮੇਂ ਨਹੀਂ ਰਹਿ ਸਕੇ। ਸੋ ਉਸ ਦਰਮਿਆਨ ਫਿਰ ਵੀ ਕਿਤੇ ਨਾ ਕਿਤੇ ਥੋੜੀ ਬਹੁਤੀਆਂ ਚਿੰਗਾਰੀਆਂ ਜਿਹੜੀਆਂ ਉੱਠਦੀਆਂ ਰਹੀਆਂ ਕਿ ਭਈ ਇਹ ਜਗ੍ਹਾ ਸਾਡੀ ਹੈ। ਹੁਣ ਇੰਟਰਸਟਿੰਗ ਮੋਡ ਕਦੋਂ ਆਇਆ? ਇੰਟਰਸਟਿੰਗ ਮੋਡ ਉਸ ਸਮੇਂ ਆਇਆ ਕਿ ਜਦੋਂ ਜਿਹੜੀ ਸਰਕਾਰ ਜਿਹੜੀ ਹੈਗੀ ਹੈ ਉਹਦੇ ਵਿੱਚ ਤਬਦੀਲੀ ਹੋਈ। ਸ਼੍ਰੀਮਤੀ ਇੰਦਰਾ ਗਾਂਧੀ ਐਮਰਜੈਂਸੀ ਲਗਾਉਂਦੇ ਆ, ਸਰਕਾਰ ਤਬਦੀਲ ਹੁੰਦੀ ਹੈ, ਦੁਬਾਰਾ ਤੋਂ ਮੂਵਮੈਂਟ ਐਕਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ। RSS, ਜਨਸੰਘ, ਵਿਸ਼ਵ ਹਿੰਦੂ ਪਰਿਸ਼ਦ ਕੇ ਜੀ ਹੋਰ ਕਈ ਲੋਕ ਜਿਹੜੇ ਨੇ ਇਹਦੇ ਬਾਰੇ ਐਕਟਿਵ ਹੋਣਾ ਸ਼ੁਰੂ ਹੋ ਜਾਂਦੇ ਨੇ, ਪਰ ਜ਼ਿਆਦਾ ਐਕਟੀਵਿਟੀ ਕੁਝ ਹੋ ਨਹੀਂ ਪਾਉਂਦੀ। ਕਾਰਨ ਕੀ ਹੈ ਕਿ 1984 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦਾ ਮਰਡਰ ਹੋ ਜਾਂਦਾ ਹੈ, ਕਾਂਗਰਸ ਨੂੰ ਸਪੋਰਟ ਜ਼ਬਰਦਸਤ ਮਿਲਦੀ ਹੈ। ਹਾਲਾਂਕਿ ਇੱਥੇ ਵੀ ਗੱਲ ਜ਼ਿਕਰ ਕਰਨੀ ਬੜੀ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਅਰਲੀ 80s ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਜਨਤਾ ਪਾਰਟੀ ਦਾ ਇੱਕ ਸੈਕਸ਼ਨ ਜਿਹੜਾ ਹੈ ਉਹ ਜਨਤਾ ਪਾਰਟੀ ਦਾ ਉਹ ਜਨਸੰਘ ਦੇ ਨਾਲ ਉਹ ਮਰਜ ਹੁੰਦਾ ਹੈ ਔਰ ਇਹ ਲੋਕ ਬਣਾਉਂਦੇ ਆ ਭਾਰਤੀ ਜਨਤਾ ਪਾਰਟੀ, ਤਾਂ ਹੀ ਉਹ ਭਾਰਤੀ ਜਨਤਾ ਪਾਰਟੀ ਦਾ ਨਾਮ ਰੱਖਿਆ ਗਿਆ ਨਾ। ਸੋ ਉਹ ਜਨਤਾ ਪਾਰਟੀ ਦਾ ਇੱਕ ਸੈਕਸ਼ਨ ਇਹਨਾਂ ਨਾਲ ਮਰਜ ਹੁੰਦਾ ਹੈ। ਪਹਿਲੇ ਅਧਿਕਸ਼ ਕੌਣ ਬਣਦੇ ਨੇ? ਵਾਜਪਾਈ ਸਾਹਿਬ। ਸੋ ਵਾਜਪਾਈ ਸਾਹਿਬ ਵੀ ਕਹਿੰਦੇ ਆ ਕਿ ਜੀ ਰਾਮ ਮੰਦਿਰ ਬਣਾਉਣਾ ਹੈ, ਇੱਕ ਮੇਨ ਏਜੰਡਾ ਲੈ ਕੇ ਆਉਂਦੇ ਆ ਵਾਜਪਾਈ ਸਾਹਿਬ। ਲੇਕਿਨ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਜਨਸੰਘ ਹੋ ਗਿਆ, ਜਨਤਾ ਪਾਰਟੀ ਹੈ, ਮਰਜ ਵੀ ਹੋ ਗਿਆ, ਵਾਜਪਾਈ ਸਾਹਿਬ ਵੀ ਆ ਗਏ, ਲੇਕਿਨ ਵਾਜਪਾਈ ਸਾਹਿਬ ਨੇ ਪਹਿਲੇ ਅਧਿਕਸ਼ ਬਣੇ, ਉਹਨਾਂ ਨੇ ਮੁੱਦਾ ਵੀ ਰੱਖ ਲਿਆ ਕਿ ਜੀ ਅਸੀਂ ਇੱਥੇ ਰਾਮ ਮੰਦਿਰ ਬਣਾਵਾਂਗੇ, ਬੜਾ ਪ੍ਰੋਮਿਨੈਂਸ ਤੇ ਲਿਆ ਹੈ। ਲੇਕਿਨ 84 ਦੇ ਵਿੱਚ ਜੋ ਕੁਝ 1984 ਚ ਹੋਇਆ ਉਹ ਕਾਂਗਰਸ ਨੂੰ
एक सिंपथी वोट के जी इंदिरा गांधी जी का मर्डर कर दिता गया, राजीव गांधी 400 तो उपर, जे इफ माई मैमरी सर्व्स मी राइट, 414 सीटां जित के, 400 तो उपर सीटां जित के कांग्रेस पार्टी जी हैगी बड़ा स्ट्रोंग उन्होंने मैंडेट मिलता है 1985 ਦੇ ਵਿੱਚ 85। ਹੁਣ ਇਹਨੂੰ ਥੋੜਾ ਹੋਰ ਫਾਸਟ ਫਾਰਵਰਡ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਇਹਨੂੰ ਫਾਸਟ ਫਾਰਵਰਡ ਕਰਦੇ ਆ ਕਿ ਅਸੀਂ 1989 ਚ ਲੈ ਆਨੇ ਆ, ਔਰ ਤੁਹਾਨੂੰ ਪਤਾ ਹੈ ਕਿ ਉਸ ਸਮੇਂ ਵੀਪੀ ਸਿੰਘ ਆ ਗਏ। ਵੀਪੀ ਸਿੰਘ ਉਹਨਾਂ ਨੇ ਸਰਕਾਰ ਕਿਹਦੇ ਜ਼ਰੀਏ ਬਣਾਈ, ਕਿਉਂਕਿ ਸੀਟਾਂ ਤੇ ਇਹਨਾਂ ਨੂੰ 70-80 ਮਿਲੀਆਂ ਸੀ ਕਿਤੇ, ਲੇਕਿਨ ਬੀਜੇਪੀ ਦੀ ਸਪੋਰਟ ਦੇ ਨਾਲ ਵੀਪੀ ਸਿੰਘ ਜੀ ਜਿਹੜੇ ਨੇ ਉਹ ਸਰਕਾਰ ਬਣਾ ਲੈਂਦੇ ਨੇ। ਹੁਣ ਵੀਪੀ ਸਿੰਘ ਜੀ ਨੇ ਸਰਕਾਰ ਬਣਾ ਲਈ, बीजेपी तो अपनी गल फिर भी कर रही है कि साड़ी सपोर्ट ने सरकार बनाई है। वो कहते जी हुण साडा ते मकसद ही सीगा। RSS होर एक्टिव हो गई, वाजपेयी साहब एक्टिव हो गए, और किते ना किते उस वेले अध्यक्ष बन गए अडवाणी साहब तो लीडर बनते ही उन्होंने कहा, हालांकि पार्टी के दबदबा हजे भी वाजपेयी साहब का सीगा, लेकिन अडवाणी साहब का कद बहुत बड़ा हो गया। अडवाणी साहब के नाल मुरली मनोहर जोशी जी, उमा भारती जी, ये बड़े लीडर्स बन गए। उन्होंने फिर गल करनी शुरू कर दी कि राम मंदिर बनाया जाए जी, बड़ी देर की साड़ी मांग चल रही है कि राम मंदिर क्यों नहीं बनाया जा रहा। अडवाणी साहब ने कहा कि जी असी सोमनाथ तो एक रथ यात्रा कढ़ांगे, सोमनाथ तो लैके असी अयोध्या तक जावांगे, और कार सेवक राम भक्त साडे नाल ज्वाइन करन और असी राम मंदिर जिहड़ा वो बनावांगे। सो उस रथ यात्रा नूं अडवाणी साहब ने लीड करना शुरू कर दिता। हुण बड़ी इंटरस्टिंग डायनेमिक्स ये हो गई कि जिहड़ी सरकार है, सरकार किहदी है, वीपी सिंह होना दी। वीपी सिंह जी ने कहा कि जे रथ यात्रा कामयाब हो गई फिर तो कल नूं बीजेपी अपने दम ते सरकार बना जाएगी, लोग इन्हां दे नाल आ जाणगे। और वीपी सिंह उन्होंने जो तुहानूं याद आए मंडल कमिशन की रिपोर्ट लागू करने की गल कर दी। मंडल यानी कि रिजर्वेशन। सो सारे देश दे विच एक पासे जिथे रिजर्वेशन की गल हो रही सीगी और देश दे विच एक तूफान आया उसी रिजर्वेशन के नाम के उत्ते, मंडल के नाम के उत्ते, तो इन्होंने जो तुहानूं याद हो मंडल और कमंडल, बीजेपी ने कमंडल की जिहड़ी गलबात है वो करनी शुरू कर दी। बीजेपी कह रही सी कि साडा फोकस है जी इस इत्थे राम मंदिर बनाना है। सो चाहे वाजपेयी साहब, चाहे अडवाणी साहब, चाहे मुरली मनोहर जोशी जी, उमा भारती जी, और देयर वर सो मेनी अदर लीडर्स एज वेल, फोकस उन्हां दा विश्व हिंदू परिषद, RSS, बीजेपी, उन्हां दा फोकस हो गया कि असीं राम मंदिर बनाना है। और फिर जदों अडवाणी साहब ने रथ यात्रा का ऐलान किया तो उत्तर प्रदेश के विच सरकार सीगी समाजवादी पार्टी की, और मुलायम सिंह सीगे चीफ मिनिस्टर, और सेंटर दे विच वीपी सिंह उन्हां दी सरकार। हुण वीपी सिंह उन्हां नूं लग रहा सीगा कि इस रथ यात्रा नूं जो उत्तर प्रदेश के विच रोक के क्रेडिट तो सारा का सारा लै जाएंगे मुलायम सिंह। वीपी सिंह भी उत्तर प्रदेश तो सीगे। सो उत्तर प्रदेश हमेशा तो ही असी सारे जानते हैं कि बहुत इंपॉर्टेंट रहा है नैशनल पॉलिटिक्स के उत्ते। सो नहीं चाहते सीगे कि जिहड़ा क्रेडिट है उन्होंने मिले, इस कारण उन्होंने अपने लोग बहुत कुछ रोकण दी कोशिशां भी कीतियां कि यह रथ यात्रा कामयाब ना होए। सरकार वीपी सिंह की खड़ी है बीजेपी के समर्थन के नाल, बीजेपी दी सीटां दे नाल, बट वीपी सिंह इस रथ यात्रा को कामयाब नहीं होने देना चाहते थे। और इस मामले जो तुहानूं याद हो लालू प्रसाद यादव की अपनी भूमिका रही है। बिहार दे विच उन्होंने कहा मैं यहाँ रोक दूंगा रथ यात्रा। सो एक जिहड़ी जो अज भी असीं गल सुनते हैं कि एक पासे राम मंदिर, एक पासे सैकुलरिज्म की गल। सो उस टाइम भी यही डिबेट छिड़ गई। कांग्रेस ने कहा कि जी असी किस तरफ होइए, लेकिन राजीव गांधी साहब ने यह कहा कि ठीक है जी, जदों राजीव गांधी साहब ने कहा कि ऐसा करो, शिलान्यास का इजाज़त देती राजीव गांधी साहब ने। सो जिथे एक तरफ राजीव गांधी होना ने यह कहा कि इत्थे जी शिलान्यास की इजाज़त दो, उन्होंने उस समय सपोर्ट कर दी एक तरह की राम मंदिर की। कांग्रेस पार्टी ने, राजीव गांधी साहब ने खुद सपोर्ट कर दी, क्योंकि वीपी सिंह उन्होंने सूट नहीं कर रहा, मुलायम सिंह यादव को सूट नहीं कर रहा, लालू प्रसाद यादव को सूट नहीं कर रहा। वीपी सिंह भी अपनी माइनॉरिटी वोट बैंक बरकरार रखना चाहते सी। मुलायम सिंह यादव समाजवादी पार्टी, सबनों पता है कि उन्होंने एक सैक्शन जिहड़ा उन्होंने एक कास्ट का और धर्म का एक सैक्शन समाजवादी पार्टी ने अपनी डायनेमिक्स बनाई सी। लालू प्रसाद यादव ने अपनी यादव्स एंड मुस्लिम्स उन्होंने अपना वोट बैंक तैयार किया सी। वो हरेक नूं जो सूट कर रहा सीगा, बीजेपी नूं लग रहा सी कि सानू एक सैक्शन सानू ज़्यादा सपोर्ट कर रहा है, और असी जिहड़ी मेजोरिटी हिंदू कम्यूनिटी है असी उन्हां दी आवाज़ क्यों ना बनीए, असी उन्हां लई आवाज़ उठाइए, और राम मंदिर साडा हक है। सो हर कोई अपनी अपनी ये गल उस समय कर रहा सीगा। जदों ये सारा कुछ चल रहा सीगा, डायनेमिक्स चेंज हुई। पहली बार बीजेपी उत्तर प्रदेश दे सरकार च आई, कल्याण सिंह जिहड़े ने उत्तर प्रदेश के चीफ मिनिस्टर बने। और असी सारे जानते हैं कि सेंटर दे विच भी सत्ता परिवर्तन होया,
ਔਰ ਸੈਂਟਰ ਦੇ ਵਿੱਚ ਪੀਵੀ ਨਰਸਿਮਹਾ ਰਾਓ ਸਾਹਿਬ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ, ਬਿਕਾਜ਼ ਵੀ ਆਲ ਨੋ ਅਨਫੋਰਚੂਨੇਟਲੀ ਰਾਜੀਵ ਗਾਂਧੀ ਸਾਹਿਬ ਦਾ ਕਤਲ ਹੋ ਚੁੱਕਾ ਸੀਗਾ। ਹੁਣ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ, ਪੀਵੀ ਨਰਸਿਮਹਾ ਰਾਓ ਸਾਹਿਬ ਦੀ ਸਰਕਾਰ, ਔਰ ਉੱਤਰ ਪ੍ਰਦੇਸ਼ ਦੇ ਵਿੱਚ ਸਰਕਾਰ ਕਲਿਆਣ ਸਿੰਘ ਦੇ ਰੂਪ ਦੇ ਵਿੱਚ ਲੀਡ ਕਰਦੇ ਐਜ਼ ਅ ਚੀਫ ਮਿਨਿਸਟਰ ਬੀਜੇਪੀ ਦੀ ਸਰਕਾਰ। ਮੌਕਾ ਮਿਲ ਗਿਆ ਕਿ ਹੁਣ ਤੇ ਜੀ ਉੱਤਰ ਪ੍ਰਦੇਸ਼ ਦੇ ਵਿੱਚ ਸਰਕਾਰ ਬੀਜੇਪੀ ਦੀ, ਉਹਨਾਂ ਨੇ ਕਿਹਾ ਜੀ ਹੁਣ ਤੇ ਰਾਮ ਮੰਦਿਰ ਬਣੇਗਾ ਹੀ ਬਣੇਗਾ, ਔਰ ਉਹਨੂੰ ਲੀਡ ਕਰਨ ਲਈ ਬਹੁਤ ਬੜੀ ਤਾਦਾਦ ਦੇ ਵਿੱਚ 5 ਦਸੰਬਰ ਦੀ ਉਹ ਰਾਤ ਸਭ ਨੂੰ ਯਾਦ ਹੈ, ਕਿਉਂਕਿ 6 ਦਸੰਬਰ ਨੂੰ ਜੋ ਕੁਝ ਹੋਇਆ 6 ਦਸੰਬਰ ਦੇ ਉੱਤੇ ਬਾਅਦ ਚ ਹੋਣੇ ਆ 6 ਦਸੰਬਰ 1992, ਲੇਕਿਨ 5 ਦਸੰਬਰ 1992 ਨਾਲ ਪਹਿਲਾਂ ਜਾਂਦੇ ਆ, ਜਦੋਂ ਕਿ ਤਿਆਰੀ ਕਰ ਲਈ ਗਈ ਕਿ ਕੱਲ ਜਿਹੜੇ ਆ 1 ਲੱਖ ਦੇ ਆਸ-ਪਾਸ ਜਿਹੜੇ ਕਾਰ ਸੇਵਕ ਆ ਉਹ ਸਭ ਇਹਦੀ ਕੋਸ਼ਿਸ਼ ਕਰਨਗੇ। ਲੇਕਿਨ ਥੋੜੀ ਜਿਹੀ ਬੈਕਗ੍ਰਾਉਂਡ ਵਿੱਚ ਮੈਂ ਫਿਰ ਦੁਬਾਰਾ ਜਾਣਾ ਚਾਹਾਂਗਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਯਾਦ ਹੋਏ ਤਾਂ ਸਾਡੀ ਪਹਿਲਾਂ ਜਦੋਂ ਰਥ ਯਾਤਰਾ ਰੋਕੀ ਗਈ ਸੀ ਮੁਲਾਇਮ ਸਿੰਘ ਦੀ ਜਦੋਂ ਸਰਕਾਰ ਸੀਗੀ, ਉਸ ਟਾਈਮ ਦੇ ਉੱਤੇ 28,000 ਪੁਲਿਸ ਕਰਮੀ ਲਗਾ ਦਿੱਤੇ ਗਏ ਸੀਗੇ ਔਰ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਸੀਗੀ ਔਰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਗਿਆ। ਜਿਹੜੇ ਲੋਕ ਰਾਮ ਮੰਦਿਰ ਬਣਾਉਣਾ ਚਾਹੁੰਦੇ ਸੀਗੇ, ਨਾ ਸਿਰਫ ਉਹਨਾਂ ਨੂੰ ਮਾਰਿਆ ਗਿਆ, ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ, ਜ਼ਖਮੀ ਕੀਤਾ ਗਿਆ, ਬਲਕਿ ਕੋਠਾਰੀ ਬ੍ਰਦਰਸ ਜੇ ਤੁਹਾਨੂੰ ਯਾਦ ਹੋਏ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਘਸੀਟ ਕੇ ਬਾਹਰ ਕੱਢ ਕੇ ਮਾਰਿਆ ਗਿਆ ਸੀ। ਸੋ ਇਸ ਵਾਰ ਉਹ ਕਹਿੰਦੇ ਸੀਗੇ, ਔਰ ਮੁਲਾਇਮ ਸਿੰਘ ਨੇ ਬਾਅਦ ਚ ਕਹਿਤਾ ਸੀਗਾ, ਮੁਲਾਇਮ ਸਿੰਘ ਨੇ ਕਿਹਾ ਕਿ ਅਫਸੋਸ ਹੈ ਇਹ ਜਿਹੜੇ ਲੋਕ ਰਾਮ ਮੰਦਿਰ ਬਣਾਉਣ ਆਏ ਸੀਗੇ 28,000 ਪੁਲਿਸ ਕਰਮੀ ਲਗਾਏ, ਉੱਤਰ ਪ੍ਰਦੇਸ਼ ਸਰਕਾਰ ਨੇ ਜਿਹੜੇ ਲੋਕ ਰਾਮ ਮੰਦਿਰ ਬਣਾਉਣਾ ਚਾਹੁੰਦੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ, ਉਹ ਲੋਕ ਮਾਰੇ ਗਏ, ਲੇਕਿਨ ਉਹਨਾਂ ਨੇ ਕਿਹਾ ਕਿ ਠੀਕ ਹੈ ਪਰ ਜ਼ਰੂਰੀ ਸੀਗਾ। ਸੋ ਮੁਲਾਇਮ ਸਿੰਘ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜ਼ਰੂਰੀ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਹਾਰ ਵੀ ਹੋਈ ਮੁਲਾਇਮ ਸਿੰਘ ਦੀ, ਕਿਉਂਕਿ ਆਮ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਜਿਹੜੇ ਲੋਕ ਕਾਰ ਸੇਵਕ ਸੀਗੇ ਉੱਥੇ ਰਾਮ ਮੰਦਿਰ ਬਣਾਉਣਾ ਚਾਹੁੰਦੇ ਸੀ ਉਹ ਮਾਰੇ ਗਏ। ਸੋ ਇਸ ਵਾਰ ਉਹ ਤਿਆਰੀ ਪੂਰੀ ਕਰਨਾ ਚਾਹੁੰਦੇ ਸੀ। ਪੁਲਿਸ ਫਿਰ ਵੱਡੀ ਤਾਦਾਦ ਦੇ ਵਿੱਚ ਬਾਬਰੀ ਮਸਜਿਦ ਦੇ ਇਰਦ ਗਿਰਦ ਪੁਲਿਸ ਵੱਡੀ ਫੋਰਸ ਦੇ ਵਿੱਚ ਤੈਨਾਤ, ਔਰ ਕੱਲੀ ਬਾਬਰੀ ਮਸਜਿਦ ਨਹੀਂ, ਬਾਬਰੀ ਮਸਜਿਦ ਦਾ ਤਾਂ ਉਹ ਏਰੀਆ ਸੀਗਾ ਹੀ ਸੀਗਾ, ਲੇਕਿਨ ਦੂਸਰੀ ਤਰਫ ਚਬੂਤਰਾ ਜਿੱਥੇ ਉਹ ਸ਼੍ਰੀ ਰਾਮ ਜੀ ਦੇ ਭਗਤ ਜਿਹੜੇ ਉਹ ਵੀ ਉੱਥੇ ਜਾਂਦੇ ਆਉਂਦੇ ਸੀਗੇ। ਇਸ ਵਾਰ 1 ਲੱਖ ਤੋਂ ਜ਼ਿਆਦਾ ਕਾਰ ਸੇਵਕ ਤਿਆਰ ਕਿ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਏ ਕੱਲ 6 ਦਸੰਬਰ ਨੂੰ ਅਸੀਂ ਝੰਡਾ ਲਹਿਰਾ ਦੇਣਾ ਹੈ, ਰਾਮ ਮੰਦਿਰ ਬਣੇਗਾ ਇੱਥੇ, ਔਰ ਉਹਨਾਂ ਨੇ ਤਿਆਰੀ ਕਰ ਲਈ। 6 ਦਸੰਬਰ ਨੂੰ ਪੁਲਿਸ ਨੇ ਬਹੁਤ ਦੇਰ ਤੱਕ ਰੋਕੀ ਰੱਖਿਆ, ਬੜੀ ਲੜਾਈ ਹੋਈ ਆਪਸ ਦੇ ਵਿੱਚ, ਔਰ ਟਰਨਿੰਗ ਪੁਆਇੰਟ ਉਸ ਸਮੇਂ ਹੋਇਆ ਕਿ ਜਦੋਂ ਇੱਕ ਬੱਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਵੈਮ ਸੇਵਕ ਸੀਗੇ ਜਾਂ ਜਿਹੜੇ ਲੋਕ ਸ਼੍ਰੀ ਰਾਮ ਜੀ ਦੇ ਨਾਂ ਦੇ ਉੱਤੇ ਮੰਦਿਰ ਬਣਾਉਣ ਦੀ ਗੱਲ ਕਰ ਰਹੇ ਸੀ, ਝੰਡਾ ਲਹਿਰਾਉਣ ਦੀ, ਉਹਨਾਂ ਨੂੰ ਬੱਸਾਂ ਦੇ ਵਿੱਚ ਨਾ ਪਕੜਿਆ ਜਾ ਰਿਹਾ ਸੀ, ਪਕੜ ਕੇ ਉੱਥੇ ਗ੍ਰਿਫਤਾਰ ਕਰਕੇ ਰੱਖਿਆ ਜਾ ਰਿਹਾ ਸੀ। ਇੱਕ ਜਿਹੜਾ ਸ਼ਖਸ ਸੀਗਾ ਸਵੈਮ ਸੇਵਕ ਸੀਗਾ, ਉਹਨਾਂ ਨੇ ਜਾ ਕੇ ਬੱਸ ਜਿਹੜੀ ਹੈ ਉਹ ਡਰਾਈਵਰ ਸੀਟ ਤੇ ਬੈਠ ਕੇ ਉਹ ਬੱਸ ਉਹਨਾਂ ਨੇ ਭਜਾ ਲਈ ਔਰ ਬੈਰੀਕੇਡਸ ਨੂੰ ਤੋੜਦਿਆਂ ਹੋਇਆ ਬੱਸ ਅੰਦਰ ਲੈ ਗਿਆ। ਔਰ ਉਸ ਤੋਂ ਬਾਅਦ ਉਹ ਜਦੋਂ ਉਹ ਗਏ ਅੰਦਰ, ਫਿਰ 1 ਲੱਖ ਸਵਾ ਲੱਖ ਦੇ ਆਸ-ਪਾਸ ਬੰਦੇ ਸੀ, ਉਹ ਚੜ੍ਹ ਦੌੜੇ, ਉਹਨਾਂ ਨੇ ਫਟਾਫਟ ਜਾ ਕੇ ਬਾਬਰੀ ਮਸਜਿਦ ਦੇ ਉੱਤੇ ਝੰਡਾ ਜਿਹੜਾ ਭਗਵਾ ਝੰਡਾ ਉਹ ਲਹਿਰਾ ਦਿੱਤਾ ਔਰ ਜਿਹੜਾ ਢਾਂਚਾ ਸੀਗਾ ਉਹਨੂੰ ਉਹਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਔਰ ਉਹਨੂੰ ਥੱਲੇ ਗਿਰਾਉਣਾ ਸ਼ੁਰੂ ਕਰ ਦਿੱਤਾ। 1992 ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋਇਆ, ਮੈਨੂੰ ਯਾਦ ਹੈ ਕਿ ਉਸ ਸਮੇਂ ਇੰਡੀਆ ਭਰ ਦੇ ਵਿੱਚ ਬੜੇ ਪੈਮਾਨੇ ਦੇ ਉੱਤੇ ਦੰਗੇ ਹੋਏ, ਕੱਲੇ ਯੂਪੀ ਤੱਕ ਨਹੀਂ ਰਹੇ ਉਹ, ਫਿਰ ਉਹ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਸਾਰੇ ਇੰਡੀਆ ਦੇ ਵਿੱਚ ਉਹ ਦੰਗੇ ਜਿਹੜੇ ਉਹ ਫੈਲ ਗਏ, ਜਿਹਦੇ ਵਿੱਚ ਕਿ ਬਹੁਤ ਲੋਕਾਂ ਦੀ ਜਾਨਾਂ ਗਈਆਂ, ਘਰ ਤਬਾਹ ਹੋਏ, ਬਿਜ਼ਨਸ ਤਬਾਹ ਹੋਏ, ਬਹੁਤ ਸਾਰੇ ਲੋਕ ਜ਼ਖਮੀ ਹੋਏ, ਬਹੁਤ ਕੁਝ ਹੋਇਆ। ਨਾ ਸਿਰ ਉਹ ਗੱਲ 1992 ਤੱਕ ਨਹੀਂ ਰੁਕੀ, 92 ਤੱਕ ਨਹੀਂ ਰੁਕੀ, ਬਲਕਿ ਉਹਦਾ ਅਸਰ ਅਸੀਂ 93 ਦੇ ਬੰਬ ਬਲਾਸਟ ਵੀ ਦੇਖਿਆ। 1993 ਦੇ ਵਿੱਚ 13 ਸੀਰੀਅਲ ਬੰਬ ਬਲਾਸਟ ਹੋਏ, ਜਿਹਦਾ ਐਲੀਗੇਸ਼ਨ ਡੀ ਕੰਪਨੀ ਦੇ ਉੱਤੇ ਵੀ, ਦਾਊਦੀਆ ਉਹਨਾਂ ਦੇ ਗਰੁੱਪ ਦੇ ਉੱਤੇ ਵੀ, ਹੋਰ ਬੜੇ ਸਾਰੇ ਲੋਕਾਂ ਦੇ, ਯਾਕੂਬ ਮੈਨਨ ਔਰ ਬੜੇ ਸਾਰੇ ਲੋਕਾਂ ਦੇ ਉੱਤੇ ਲਗਾਇਆ ਜਾਂਦਾ ਹੈ। ਖੈਰ, ਸੋ ਸੀਰੀਅਲ ਬੰਬ ਬਲਾਸਟ ਪਹਿਲੀ ਵਾਰੀ ਇੰਡੀਆ 'ਚ ਹੋਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਜੋ ਬਾਬਰੀ ਮਸਜਿਦ ਵਿੱਚ ਜੋ ਕੁਝ ਹੋਇਆ ਸੀ ਉਹਦਾ ਬਦਲਾ ਲਿਆ। ਲੇਕਿਨ क्या ये सारी चीज़ों के नाल मामला सुलझ गया? द आंसर इज नो, क्योंकि कानूनी लड़ाई तक तुसी जाके किते झंडा लगा दो तो तुहाडा थोड़ी हो जाएगा कि बाबरी मस्जिद ते झंडा लगाता तो राम मंदिर बन जाएगा। सो इस दरम्यान जिहड़ी है कानूनी लड़ाई जारी रही। हुण जिहड़ा कानूनी एस्पैक्ट भी तुहाडे नाल मैं शेयर कर दिंदा हैगा। इलाहाबाद हाई कोर्ट, उत्थे बहुत सारियां सुनवाइयां होईयां। इलाहाबाद हाई कोर्ट ने एक इतिहासिक फैसला दिंदिया इलाहाबाद हाई कोर्ट ने कहा कि ठीक है जी, ये जिहड़ी सुनवाई उन्होंने की और पहला ਅਸੀਂ ਦੱਸ ਦਈਏ ਕਿ ਨਿਚਲੀ ਅਦਾਲਤ 'ਚ ਹੋਈ, ਫਿਰ ਇਲਾਹਾਬਾਦ ਹਾਈ ਕੋਰਟ 'ਚ ਹੋਈ, ਫਿਰ ਸੁਪਰੀਮ ਕੋਰਟ 'ਚ ਹੋਈ। ਮੈਂ ਫਟਾਫਟ ਤੁਹਾਨੂੰ ਕਾਨੂੰਨੀ ਪੱਖ ਵੀ ਸਮਝਾ ਦਿੰਦਾ ਹੈ। ਅਦਾਲਤ ਦੇ ਵਿੱਚ ਜਿਹੜੀ ਮੇਨਲੀ ਗੱਲ ਹੋਈ, ਮੈਂ ਸੁਪਰੀਮ ਕੋਰਟ ਤੇ ਜ਼ਰਾ ਬਾਅਦ ਚਾਹਾਂਗਾ। ਮੇਨਲੀ ਗੱਲ ਤਾਂ ਉਹਨਾਂ ਨੇ ਪਹਿਲਾਂ ਤੇ ਫੈਸਲਾ ਸੁਣਾ ਦਿੱਤਾ ਕਿ ਇਹ ਜਿਹੜੀ ਨਿਚਲੀ ਅਦਾਲਤ ਹੈ ਉਹਨਾਂ ਨੇ ਫੈਸਲਾ ਇਹ ਸੁਣਾਇਆ ਕਿ ਇਹ ਜਿਹੜਾ ਏਰੀਆ ਆ ਇਹਨੂੰ 3 ਹਿੱਸਿਆਂ 'ਚ ਵੰਡ ਦਿੱਤਾ ਜਾਵੇ। ਸੋ ਇੱਕ ਜਿਹੜੇ ਪੈਟੀਸ਼ਨਰ ਹੈਗੇ ਨੇ ਨਿਰਮੋਹੀ ਅਖਾੜਾ, ਉਹਨਾਂ ਨੂੰ ਦਿੱਤਾ ਜਾਏ ਇੱਕ ਹਿੱਸਾ। ਇੱਕ ਹਿੱਸਾ ਜਿਹੜਾ ਹੈਗਾ ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ, यानी कि जो मुस्लिम कम्युनिटी है, एक हिस्सा उन्होंने देता जाए और एक हिस्सा जोड़ा है वो हिंदू ट्रस्ट को देता जाए। सो 3 हिस्से दे कर दिते जाए।
लेकिन फिर अदालत ने मामला इत्ते ये जिहड़ा फैसला सुनाया गया सीगा, इस फैसले के उत्ते रोक लग गई और सुनवाई जिहड़ी है सुप्रीम कोर्ट को पहुंच गई। सुप्रीम कोर्ट ने कहा फैसला आ गया सीगा कि जितने हिस्से करते जान, लेकिन फिर मामला क्योंकि पिटीशन दाखिल हो, क्योंकि कोई भी इस फैसले तो खुश नहीं सीगा। जिहड़ा निर्मोही अखाड़ा कहता सी वो सारा कुछ सानू दिता जाए, हिंदू कम्यूनिटी के ग्रुप से वो कहते सारा कुछ सानू दिता जाए। उत्तर प्रदेश सुन्नी वक्फ बोर्ड, हुण उत्तर प्रदेश सुन्नी वक्फ बोर्ड क्यों इत्थे आया सी वो मैं एक सेकंड लिए बस दस देना, तुहानूं बैकग्राउंड ले जाना। इन 1940s 47 तो पहला सुन्नी वक्फ बोर्ड का कहना सीगा क्योंकि बाबर सुन्नी सीगा जी, ये उन्होंने कहना सीगा कि बाबर सुन्नी सीगा जी, ये साडे सुन्नी वक्फ बोर्ड की जमीन है क्योंकि बाबर ने कब्जा कर लिया हुण ते। सो जो बाबर ने कब्जा कर लिया तो फिर सुन्नी वक्फ बोर्ड नूं देती जाए। सो उत्थों उत्तर प्रदेश सुन्नी वक्फ बोर्ड ने उस समय तो अर्ली 40s 1940s ਦੇ ਵਿੱਚ आज़ादी तो पहले ही वो ਇਹਦੀ लड़ाई लड़ते रहे कि ਇਹ तो साडा कब्जा है। सो ਜਦੋਂ ਇਹ ਜ਼ਮੀਨ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ तो फिर ਤਿੰਨੇ ਪਕਸ਼ ਕਹਿੰਦੇ ਕਿ ਨਹੀਂ ਜੀ ਨਹੀਂ, ਸੁन्नी वक्फ बोर्ड ਕਹਿੰਦਾ ਕਿ ਸਾਰੀ ਜ਼ਮੀਨ ਤਾਂ ਸਾਡੀ ਆ, ਬਾਬਰ ਨੇ ਕਬਜ਼ਾ ਕਰ ਲਿਆ ਸੀ। ਨਿਰਮੋਹੀ ਅਖਾੜਾ ਕਹਿੰਦਾ ਜੀ ਇੰਨੀ ਦੇਰ ਦੀ ਅਸੀਂ ਲੜਾਈ ਲੜ ਰਹੇ ਹਾਂ, ਇੱਕ ਹਿੱਸੇ ਲਈ ਥੋੜੀ ਲੜ ਰਹੇ ਹਾਂ, ਸਾਨੂੰ ਤਾਂ ਪੂਰਾ ਹਿੱਸਾ ਮਿਲਣਾ ਚਾਹੀਦਾ, ਅਸੀਂ ਤਾਂ ਭव्य ਮੰਦਿਰ ਦੀ ਸਥਾਪਨਾ ਹੋਣੀ ਹੈ। ਅੱਛਾ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਚਾਹੇ उमा भारती जी के भाषण, चाहे मुरली मनोहर जोशी जी के भाषण, वाजपेयी साहब ने इन्हूं प्राइम एजेंडा बनाया सी और रथ यात्रा के भाषण के भाषण लाल कृष्ण अडवाणी साहब का। सो उन्होंने कहा जी पूरा एरिया चाहिए। मामला सुप्रीम कोर्ट के विच, सुप्रीम कोर्ट ने फिर बड़ी तेजी नाल सुनवाई की। 2019 ते आ जाने जी, हुण 2019 दे विच बहुत सारे लोगों ने पटीशन दी, सुनवाइयां हुई, हर पक्ष देखा गया और कला हिंदू या मुस्लिम कम्यूनिटी का नहीं, ये सिख पक्ष की भी गवाही जी ली गई कि हाँ जी सिख कम्यूनिटी भी ये बारे की सोच रही है, उन्होंने भी अपनी गवाहियां दित्तियां, बुद्ध कम्यूनिटी का भी ये बारे कुछ कहना। सो सारी सुनवाई, गवाह, बयानात, खुदाई की गई। खुदाई बड़ा कुछ निकलना शुरू हो गया। जब खुदाई की गई, देखो सही ये थले खुदाई करो कि जो खोदया गया एरिया सारा भी ये थले की है, हिस्टोरिकली बड़ा कुछ निकलिया। फिर हिस्टोरिकली वो सारिया चीज़ां एविडेंस देखदिया होया फिर सुप्रीम कोर्ट ने यह फैसला जो 2019 दे विच दिता। ठीक है, पहला फैसला रिजर्व कर लगे रखवा लग गया क्योंकि अजे इलैक्शन सी और उस वेले कांग्रेस ने कहा कि फैसला ना सुनाया जाए क्योंकि यदा असर इलैक्शन के उत्ते हो जाएगा। सो फिर उन्होंने फाइनली 2019 दे विच सुप्रीम कोर्ट ने फैसला सुनाया कि ये जिहड़ा एरिया हैगा ये सारा का सारा इत्थे एक मंदिर बनाया जाए, ये राम लल्ला का है, यानी कि भगवान श्री राम का है। सो ये राम लल्ला का एरिया है, भगवान श्री राम का, इत्थे एक मंदिर बनाया जाए। सुप्रीम कोर्ट ने मोदी सरकार को हुक्म दिता कि 3 महीने दे विच विच एक ट्रस्ट बना के ये जिहड़ी जमीन है सारी ट्रस्ट में देती जाए और इत्थे एक राम मंदिर बनाने का काम शुरू किया जाए। जिहड़ा सुन्नी वक्फ बोर्ड आ उन्होंने कहा गया कि इन्हों भी 5 एकड़ जमीन एक बहुत वधिया जगह के उत्ते अयोध्या 5 एकड़ जमीन सरकार देवे और उत्थे जिहड़ा फिर वो एक मस्जिद अपनी बना सकते हैं। सो 5 एकड़ उन्होंने जमीन दी जाए, इत्थे इस जगह पर किया जाए। सो ये हुक्म 2019 के इस सुप्रीम कोर्ट के फैसले ते आ गया। अगस्त 2020 दे विच फिर ये जिहड़ा राम मंदिर आ उहदी नींह पत्थर रखा गया, उहदी इनॉग्रेशन जिहड़ी आ वो शुरू हुई, पूजा पाठ अर्चना दे नाल उत्थे फिर इहदी जिहड़ी कंस्ट्रक्शन आ राम मंदिर की शुरू हो गई। और हुण असीं पहुँच गए हैं 2019 तो बाद 2020 कंस्ट्रक्शन स्टार्ट हुई। हुण असीं सारे जानते हैं कि 2024 आ गया जदों कि राम मंदिर जिहड़ा उत्थे बनाया जा रहा। दूसरी तरफ मस्जिद की जिथे तक गल है तो यह भी कहा जा रहा है कि यस उत्थे जिहड़ी मस्जिद है वह भी कार्यक्रम कुछ हद तक शुरू हो चुका है। बट कुछ उत्थे लोगों का कहना सीगा कि मस्जिदां ते उत्तर प्रदेश बहुत ने, वाराणसी चले जाओ, अयोध्या चले जाओ, इत्थे कोई एजुकेशनल इंस्टीट्यूट मुस्लिम कम्यूनिटी लिए क्यों ना बना लिया जाए। सो इस तरह की चर्चा उधर भी चल रही है, लेकिन कुछ लोगों का कहना कि नहीं असी भी इत्थे बहुत बड़ी सारी अयोध्या दे विच एक बड़ी मस्जिद बनाई जाए। लेकिन इधर कंसेंसस सीगा, मैं इत्थे भी जरूर जिक्र करदा कि पहला यह भी दिक्कत सीगी कि पहला कंसेंसस भी नहीं सीगा ये राम मंदिर के उत्ते, लेकिन कुछ काफ़ी हद तक होने तक कंसेंसस हो गया कि राम मंदिर बनाया जाए, पैसा मिल गया, स्वयं सेवक मिल गए, बहुत कुछ इत्थे राम भक्तां ने कहा कि इत्थे बनाया जाएगा। सो मंदिर वाल काम जिहड़ा बड़ी तेज़ी नाल शुरू हो गया। इहदे नाल जे अयोध्या की असीं गल करिए, अयोध्या दे विच काफ़ी सारी डिवेलपमेंट भी हो गई। उसका कारण की होया डिवेलपमेंट का, क्योंकि एक्सपैक्टेशन है कि दुनिया भर तो जिहड़े आ हुण टूरिस्ट वड्डी तादाद दे विच अयोध्या च आउणगे, राम मंदिर देखने लिए आउणगे, ना सिर्फ इंडिया तो बल्कि इंटरनेशनल लेवल तो भी टूरिस्ट आउणगे। अमेरिका तो लैके दुबई तक, जिस तरह अमेरिका के होटल चेन है रेडिसन, उन्होंने कहा जी असीं बहुत बड़ा होटल इत्थे बना रहे हैं। दुबई की कंपनी कह रही है कि असीं इत्थे होटल बना रहे हैं। इंडिया वालों टाटा और होर कई कंपनीज उत्थे बड़े बड़े 4 स्टार 5 स्टार होटल्स उत्थे बनाउण दी दौड़ च लग गए। एयरपोर्ट बनाता गया, रेलवे स्टेशन नूं मॉडर्नाइज कर दिता गया, सड़कां बनातियां गईयां, होटल्स ਦਾ ਬਿਜ਼ਨਸ ਮੰਨਿਆ ਜਾ ਰਿਹਾ ਕਿ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈਗਾ। ਸੋ ਜਿਹਦੇ ਨਾਲ ਕਿ
ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੀ ਜਿਹੜੀ ਇਕਨੋਮੀ ਹੈ ਉਹਦੀ ਵੀ ਚਰਚਾਵਾਂ ਚੱਲੀਆਂ। ਮੈਂ ਚਰਚਾਵਾਂ ਇਸ ਲਈ ਕਹਿ ਰਿਹਾ ਕਿ ਠੀਕ ਹੈ, ਬਹੁਤ ਕੁਝ ਹੋ ਰਿਹਾ ਹੈ, ਸੋ ਆਉਣ ਵਾਲੇ ਟਾਈਮ 'ਚ ਹੋਰ ਰਿਪੋਰਟ ਤੁਹਾਡੇ ਲਈ ਇਹਦੇ ਵਾਸਤੇ ਪੇਸ਼ ਕਰ ਦਿਆਂਗੇ। ਔਰ ਇਹ ਸਾਰਾ ਸਿਲਸਿਲਾ ਚੱਲ ਰਿਹਾ। ਹੁਣ ਇਸ ਤੋਂ ਬਾਅਦ ਮੈਂ ਪੋਲੀਟੀਕਲ ਚੀਜ਼ ਨੂੰ ਬਾਅਦ 'ਚ ਗੱਲ ਕਰਨਾ ਚਾਹੁੰਦਾ। ਤੁਹਾਨੂੰ ਮੈਂ ਇੱਕ ਬਰੀਫ ਜਿਹੜੀ ਸਾਰਾ ਸਿਨੋਪਸਿਸ ਪੇਸ਼ ਕਰ ਦਿੱਤਾ ਹੈ ਕਿ ਸੈਂਚੁਰੀਜ਼ ਤੋਂ ਜੋ ਸਾਰਾ ਕੁਝ ਹੋ ਰਿਹਾ ਹੈ, ਹਿਸਟਰੀ ਕੀ ਹੈ ਅਯੋਧਿਆ ਦੀ ਜਾਂ ਰਾਮ ਮੰਦਿਰ ਦੀ। ਕਿਸੇ ਟਾਈਮ ਇਹਨੂੰ ਸਾਕੇਤ ਵੀ ਕਿਹਾ ਜਾਂਦਾ ਸੀਗਾ, ਔਰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਬਹੁਤ ਇੰਪੋਰਟੈਂਸ ਰੱਖਦਾ ਹੈ ਇਹ ਸਥਾਨ ਅਯੋਧਿਆ, ਹਿੰਦੂ ਕਮਿਊਨਿਟੀ ਵਾਸਤੇ ਵੀ, ਜੈਨ ਧਰਮ ਵਾਸਤੇ ਵੀ, ਔਰ ਬੁੱਧਿਸਟ ਕਮਿਊਨਿਟੀ ਵਾਸਤੇ ਵੀ, ਔਰ ਸਿੱਖ ਕਮਿਊਨਿਟੀ ਵੀ ਆਪਣੀ ਇਹਦੇ ਵਿੱਚ ਸਿਗਨੀਫੀਕੈਂਸ ਦੱਸਦੀ ਹੈਗੀ ਹੈ। ਔਰ ਇਹਦੇ ਵਿੱਚ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਹੁਣ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਤਕਰੀਬਨ ਹਰ ਧਰਮ ਤੋਂ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ, ਔਰ ਰਾਮ ਮੰਦਿਰ ਦੇ ਇਸ ਇਨੋਗ੍ਰੇਸ਼ਨ ਦੇ ਮੌਕੇ ਦੇ ਉੱਤੇ, ਪ੍ਰਾਣ ਪ੍ਰਤਿਸ਼ਠਾ ਦੇ ਇਸ ਮੌਕੇ ਦੇ ਉੱਤੇ ਪੋਲੀਟੀਕਲ ਕੰਟਰੋਵਰਸੀ ਕਾਫੀ ਜ਼ਿਆਦਾ ਹੋ ਚੁੱਕੀ ਹੈ। ਮੈਂ ਉਹਦੀ ਗੱਲ ਫਿਰ ਕਿਸੇ ਡਿਫਰੈਂਟ ਸੈਗਮੈਂਟ ਦੇ ਵਿੱਚ ਕਰਦਾ ਤੁਹਾਡੇ ਨਾਲ, ਬਟ ਮੇਰੀ ਕੋਸ਼ਿਸ਼ ਸੀਗੀ ਕਿ ਇਹਦੀ ਬਰੀਫ ਬੈਕਗ੍ਰਾਉਂਡ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੱਤੇ। ਵਾਈ ਮੀਡੀਆ ਦੇ ਉੱਤੇ ਖਾਸ ਰਿਪੋਰਟ ਤੁਹਾਨੂੰ ਕਿੱਦਾਂ ਦੀ ਲੱਗੀ, ਅਸੀਂ ਤੁਹਾਡੀ ਫੀਡਬੈਕ ਇਹਦੇ ਤੇ ਜ਼ਰੂਰ ਚਾਹਾਂਗੇ। The biggest South Asian media group, Y Media.